मॉर्निंग +1 क्लास। हाँ जी बेटा, नैक्सट ਆਪਾਂ ऑब्जेक्टिव्स ऑफ बिजनेस ਕਰਨ ਜਾ ਰਹੇ ਹਾਂ। ਠੀਕ ਹੈ ਜੀ, ਕਿ ਬਿਜ਼ਨਸ ਆਪਾਂ ਕਿਸ ਪਰਪਸ ਲਈ ਸ਼ੁਰੂ ਕਰਦੇ ਹਾਂ ਜਾਂ ਇਹ ਬਿਜ਼ਨਸ ਦੇ ਕਿਹੜੇ ਮੇਨ ਆਬਜੈਕਟਿਵ ਨੇ ਜਿਨ੍ਹਾਂ ਨੂੰ ਆਪਾਂ ਅਚੀਵ ਕਰਨ ਦੇ ਲਈ ਬਿਜ਼ਨਸ ਸਟਾਰਟ ਕਰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲੇ ਦੇਖਦੇ ਹਾਂ ਜੀ ਬੁੱਕ ਦੇ ਵਿੱਚ नो ह्यूमन एक्टिविटी टेक्स प्लेस विदाउट एनी ऑब्जेक्टिव, कि कोई भी जो ह्यूमन एक्टिविटी है ਉਹਨੂੰ ਆਪਾਂ ਬਿਨਾ ਆਬਜੈਕਟਿਵ ਤੋਂ ਪਰਫਾਰਮ ਨਹੀਂ ਕਰਦੇ। ਕਿਸੇ ਹਰੇਕ ਆਪਣਾ ਜੋ ਵੀ ਆਪਾਂ ਕੰਮ ਕਰਦੇ ਆ ਉਹਦਾ ਕੋਈ ਨਾ ਕੋਈ ਪਰਪਸ ਹੁੰਦਾ ਹੈ ਜਿਹਨੂੰ ਲੈ ਕੇ ਆਪਾਂ ਉਹਨੂੰ ਪਰਫਾਰਮ ਕਰਦੇ ਆ। ਦਾ ਬਿਜ਼ਨਸ ਇਜ਼ ਦਾ ਅਲੋਨ ਆਲਸੋ ਵਨ ਆਫ ਦਾ ਮੋਸਟ ਇੰਪੋਰਟੈਂਟ ਹਿਊਮਨ ਐਕਟੀਵਿਟੀ, ਸੋ ਇਟ ਮਸਟ ਵੀ ਹੈਵਿੰਗ ਇਟਸ ਆਬਜੈਕਟਿਵ। ਠੀਕ ਹੈ ਜੀ, ਬਿਜ਼ਨਸ ਇੱਕ ਬਹੁਤ ਇੰਪੋਰਟੈਂਟ ਐਕਟੀਵਿਟੀ ਹੈ ਜਿਹੜੀਆਂ ਕਿ ਆਪਾਂ ਨੂੰ ਵਸਤੂਆਂ ਨੂੰ ਜਾਂ ਗੁੱਡਸ ਨੂੰ ਜਾਂ ਸਰਵਿਸਿਜ਼ ਨੂੰ ਇੱਕ ਪਰਸਨ ਤੋਂ ਦੂਸਰੇ ਪਰਸਨ ਦੇ ਵਿੱਚ ਟ੍ਰਾਂਸਫਰ ਕਰਨ ਦੇ ਵਿੱਚ ਹੈਲਪ ਕਰਦਾ ਵਾ। ਇਟ ਮੀਨ ਇਕਨੋਮਿਕ ਐਂਡ ਨੋਨ ਇਕਨੋਮਿਕ, ਇਹਦੇ ਦੋ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਇਕਨੋਮਿਕ ਤੇ ਨੋਨ ਇਕਨੋਮਿਕ। ਬੇਸਿਕਲੀ ਦ ਬਿਜ਼ਨਸ ਇਜ਼ ਐਨ ਆਊਟਕਮ ਆਫ ਐਂਡ ਸੋਸ਼ਲ ਐਂਡ ਹਿਊਮਨ ਨੀਡਸ, ਕਿਉਂਕਿ ਬਿਜ਼ਨਸ ਦੀ ਆਊਟਕਮ ਕਿੱਥੋਂ ਹੋਈ ਸੀਗੀ? ਬੇਸਿਕਲੀ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਦੇ ਲਈ, ਕਿਉਂਕਿ ਆਪਾਂ ਨੂੰ ਲੋੜ ਸੀਗੀ। ਜੇਕਰ ਬਿਜ਼ਨਸ ਨਾ ਹੋਏਗਾ ਆਪਣੇ ਕੋਲ ਗੁੱਡਸ ਦੀ ਸਪਲਾਈ ਕਿਵੇਂ ਹੋਏਗੀ? ਠੀਕ ਹੈ ਜੀ, ਆਪਾਂ ਸਰਵਿਸਿਜ਼ ਕਿਵੇਂ ਲੈ ਪਾਵਾਂਗੇ? ਠੀਕ ਹੈ, ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਬਿਜ਼ਨਸ ਦੀ ਇਨਵੈਂਸ਼ਨ ਹੋਈ ਸੀਗੀ। ਸੋ ਦਾ ਸੋਸ਼ਲ ਐਂਡ ਹਿਊਮਨ ਆਬਜੈਕਟਿਵ ਆਰ ਦਾ ਮੇਨ ਕੰਸੀਡਰੇਸ਼ਨਸ ਆਫ ਦਾ ਬਿਜ਼ਨਸ। ਠੀਕ ਹੈ ਜੀ, ਇਸ ਕਰਕੇ ਮੇਨ ਕੰਸੀਡਰੇਸ਼ਨ ਦਾ ਟੂ ਅਚੀਵ ਥੀਸ ਆਬਜੈਕਟਿਵਸ ਐਂਡ ਸਰਵਾਈਵਲ ਆਫ ਬਿਜ਼ਨਸ ਇਜ਼ ਨੈਸੈਸਰਲੀ ਵਿਚ ਇਜ਼ ਨਾਟ ਪੋਸੀਬਲ ਵਿਦਾਊਟ ਪ੍ਰੋਫਿਟ ਅਰਨਿੰਗ। ਠੀਕ ਹੈ ਜੀ, ਇਹ ਸਾਰਾ ਕੁਝ ਉਹ ਕਹਿੰਦੇ ਕਿ ਬਿਜ਼ਨਸ ਦੇ ਸਰਵਾਈਵਲ ਦੇ ਲਈ ਜਾਂ ਹੋਣ ਦੇ ਲਈ ਪ੍ਰੋਫਿਟ ਜ਼ਰੂਰੀ ਹੈ। ਠੀਕ ਹੈ ਜੀ, ਪ੍ਰੋਫਿਟ ਤੋਂ ਬਿਨਾਂ ਆਪਾਂ ਬਿਜ਼ਨਸ ਨੂੰ ਰਨ ਨਹੀਂ ਗੇ ਕਰ ਸਕਦੇ। ਠੀਕ ਹੈ ਜੀ, ਨੈਕਸਟ ਆਪਾਂ ਬੇਟਾ ਦੇਖਦੇ ਹਾਂ ਬੇਸਿਕਲੀ ਆਪਾਂ ਜਿਹੜੇ ਜੋ ਬਿਜ਼ਨਸ ਦੇ ਆਬਜੈਕਟਿਵ ਨੇ ਉਹਨਾਂ ਨੂੰ 4 ਪਾਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਠੀਕ ਹੈ ਜੀ, ਕਿਹੜੇ ਕਿਹੜੇ ਨੇ? ਹਾਂਜੀ, ਫਸਟ ਆਫ ਆਲ ਆਪਣੇ ਕੋਲ ਹੈ ਇਕਨੋਮਿਕ ਆਬਜੈਕਟਿਵ। ਠੀਕ ਹੈ ਜੀ, ਸੈਕੰਡ ਕੀ ਹੈ ਸੋਸ਼ਲ ਆਬਜੈਕਟਿਵ, ਨੈਕਸਟ ਕੀ ਹੈ ਹਿਊਮਨ ਆਬਜੈਕਟਿਵ, ਤੇ ਲਾਸਟ ਤੇ ਕੀ ਆ ਨੈਸ਼ਨਲ ਆਬਜੈਕਟਿਵ। ਠੀਕ ਹੈ ਜੀ, ਇਹਨਾਂ ਨੂੰ 1 ਬਾਏ 1 ਆਪਾਂ ਇਹਨਾਂ ਕਰਦੇ। ਹਾਂਜੀ, ਸਭ ਤੋਂ ਪਹਿਲੇ ਬੇਟਾ ਇਕਨੋਮਿਕ ਆਬਜੈਕਟਿਵ, ਕਿ ਕਿਹੜੇ ਇਕਨੋਮਿਕ ਆਬਜੈਕਟਿਵ ਨੇ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ ਬਿਜ਼ਨਸ ਪਰਫਾਰਮ ਕਰਦੇ ਹਾਂ ਜਾਂ ਬਿਜ਼ਨਸ ਕਰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲੇ ਕੀ ਆ ਪ੍ਰੋਫਿਟ ਮੋਟਿਵ, ਪ੍ਰੋਫਿਟ ਅਰਨਿੰਗ। ਠੀਕ ਹੈ ਜੀ, ਬਿਜ਼ਨਸ ਦਾ ਮੇਨ ਪਰਪਸ ਕੀ ਹੈ ਜੀ? ਪ੍ਰੋਫਿਟ ਅਰਨ ਕਰਨਾ, ਤਾਂ ਕਿ ਜੋ ਉਹ ਪ੍ਰੋਫਿਟ ਦੇ ਨਾਲ ਆਪਣਾ ਗੁਜ਼ਾਰਾ ਚਲਾ ਸਕਣ ਜੋ ਬਿਜ਼ਨਸ ਨੂੰ ਰਨ ਕਰ ਰਹੇ ਨੇ। ਠੀਕ ਹੈ ਜੀ, ਤਾਂ ਰਿਸਕ ਬੇਰਿੰਗ, ਕਿਉਂਕਿ ਜੋ ਪਰਸਨ ਬਿਜ਼ਨਸ ਕਰ ਰਿਹਾ ਹੈ ਉਹਨੂੰ ਰਿਸਕ ਹੁੰਦਾ ਹੈ। ਕੋਈ ਵੀ ਆਪਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਤਾਂ ਉਹਦੇ ਸਕਸੈਸਫੁਲ ਹੋਣ ਦੇ ਵੀ ਉਨੇ ਚਾਂਸ ਹੁੰਦੇ ਆ ਤੇ ਅਨਸਕਸੈਸਫੁਲ ਹੋਣ ਦੇ ਵੀ ਚਾਂਸ ਹੁੰਦੇ, ਜਿਹਨੂੰ ਕਿ ਆਪਾਂ ਅਨਸਰਟਨਟੀ ਬੋਲਦੇ ਹਾਂ। ਠੀਕ ਹੈ ਜੀ, ਇਸ ਕਰਕੇ ਉਹ ਜੋ ਰਿਸਕ ਲੈ ਰਿਹਾ ਹੈ ਉਹਦੇ ਬਦਲੇ ਦੇ ਵਿੱਚ ਉਹਨੂੰ ਰਿਵਾਰਡ ਮਿਲਦਾ ਹੈ, ਜਿਹਨੂੰ ਕਿ ਆਪਾਂ ਪ੍ਰੋਫਿਟ ਬੋਲਦੇ ਹਾਂ। ਠੀਕ ਹੈ ਜੀ, ਇਟ ਇਜ਼ ਨੈਸੈਸਰੀ ਟੂ ਅਰਨ ਦਾ ਪ੍ਰੋਫਿਟ ਫॉर ਦਾ ਸਰਵਾਈਵਲ ਆਫ ਦਾ ਬਿਜ਼ਨਸ। ਇਟ ਇਜ਼ ਐਨ ਇਨਸੈਂਟਿਵ ਵਿਚ ਕੀਪ ਦਾ ਐਂਟਰਪ੍ਰੇਨਰ ਬਿਜ਼ੀ ਆਲ ਦਾ ਟਾਈਮ। ਠੀਕ ਹੈ ਜੀ, ਇੱਕ ਇਨਸੈਂਟਿਵ ਹੁੰਦਾ ਹੈ, ਇੱਕ ਮੋਟਿਵ ਹੁੰਦਾ ਹੈ, ਜਾਂ ਇੱਕ ਉਹਨੂੰ ਮਤਲਬ ਕਿ ਤੁਸੀਂ ਲਾ ਲਓ ਕਿ ਜਿਸ ਨੂੰ ਪਰਪਸ ਨੂੰ ਲੈ ਕੇ ਬਿਜ਼ਨਸ ਕਰਦੇ ਆ ਉਹ ਹੁੰਦਾ ਵਾ ਪ੍ਰੋਫਿਟ, ਕਿ ਤਾਂ ਕਿ ਉਹ ਉਸ ਨੂੰ ਉਹਦੇ ਵਿੱਚ ਇਨਵੋਲਵ ਰੱਖ ਸਕੇ। ਜੇਕਰ ਆਪਾਂ ਨੂੰ ਕਿਸੇ ਕੰਮ ਦੇ ਵਿੱਚ ਕੋਈ ਪ੍ਰੋਫਿਟ ਹੀ ਨਹੀਂ ਹੋਏਗਾ ਤਾਂ ਕੋਈ ਪਰਸਨ ਕੋਈ ਕੰਮ ਕਰੇਗਾ? ਠੀਕ ਹੈ ਜੀ, ਜਾਂ ਉਹਨੂੰ ਆਪਣੇ ਰੋਜ਼ਮਰਾ ਦੀਆਂ ਲੋੜਾਂ ਨੂੰ ਪੂਰਤੀ ਕਰਨ ਦੇ ਲਈ ਪ੍ਰੋਫਿਟ ਦੀ ਲੋੜ ਹੁੰਦੀ ਹੈ, ਇਨਕਮ ਦੀ ਲੋੜ ਹੁੰਦੀ ਹੈ ਰੈਗੂਲਰ ਦੀ, ਉਹ ਉਹਨੂੰ ਕਿੱਥੋਂ ਮਿਲੇਗਾ? ਪ੍ਰੋਫਿਟ ਤੋਂ, ਕਿ ਜੋ ਬਿਜ਼ਨਸ ਕਰ ਰਿਹਾ ਪਰਫਾਰਮ ਉਹਦੇ ਵਿੱਚੋਂ ਉਹਨੂੰ ਪ੍ਰੋਫਿਟ ਮਿਲਣਾ ਜ਼ਰੂਰੀ ਹੁੰਦਾ ਹੈ। ਹਾਂਜੀ ਬੇਟਾ, ਸੈਕੰਡ ਪੁਆਇੰਟ ਆਪਣੇ ਕੋਲ ਪ੍ਰੋਡਕਸ਼ਨ ਆਫ ਗੁੱਡਸ। ਬਿਜ਼ਨਸ ਕੀ ਕਰਦਾ ਹੈ? ਗੁੱਡਸ ਨੂੰ ਪ੍ਰੋਡਿਊਸ ਕਰਦਾ ਹੈ। ਠੀਕ ਹੈ ਜੀ, ਗੁੱਡਸ ਉਹੀ ਪ੍ਰੋਡਿਊਸ ਕਰਦਾ ਹੈ ਜਿਨ੍ਹਾਂ ਦੇ ਨਾਲ ਪਬਲਿਕ ਦੀਆਂ ਜਾਂ ਲੋਕਾਂ ਦੀਆਂ ਲੋੜਾਂ ਨੂੰ ਸੈਟੀਸਫਾਈ ਕੀਤਾ ਜਾ ਸਕੇ, ਜਿਹੜੀਆਂ ਦੀ ਮਾਰਕੀਟ ਦੇ ਵਿੱਚ ਡਿਮਾਂਡ ਹੋਵੇ, ਜਿਨ੍ਹਾਂ ਨੂੰ ਲੋਕੀ ਚਾਹੁੰਦੇ ਹੋਣ। ਠੀਕ ਹੈ ਜੀ, ਉਸ ਤਰ੍ਹਾਂ ਦੀਆਂ ਉਹ ਗੁੱਡਸ ਉਹਨਾਂ ਦੇ ਟੇਸਟ ਦੇ ਅਕੋਰਡਿੰਗ, ਉਹਨਾਂ ਦੇ ਫੈਸ਼ਨ ਦੇ ਅਕੋਰਡਿੰਗ ਗੁੱਡਸ ਨੂੰ ਪ੍ਰੋਡਿਊਸ ਕਰਦਾ। ਠੀਕ ਹੈ ਜੀ, ਇਹ ਗੁੱਡਸ ਪ੍ਰੋਡਿਊਸ ਹੀ ਨਹੀਂ ਕਰਦਾ, ਉਹਨਾਂ ਗੁੱਡਸ ਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਵੀ ਕਰਾਉਂਦਾ ਹੈ ਐਟ ਰੀਜ਼ਨੇਬਲ ਪ੍ਰਾਈਸ। ਠੀਕ ਹੈ ਜੀ, ਇਹ ਬਿਜ਼ਨਸ ਦਾ ਮੇਨ ਆਬਜੈਕਟਿਵ ਹੁੰਦਾ ਹੈ, ਪ੍ਰੋਡਕਸ਼ਨ ਆਫ ਗੁੱਡਸ ਐਂਡ ਪ੍ਰੋਵਾਈਡ ਗੁੱਡਸ ਟੂ ਕਸਟਮਰ ਐਟ ਰੀਜ਼ਨੇਬਲ। ਹਾਂਜੀ, ਥਰਡ ਪੁਆਇੰਟ ਬੇਟਾ ਕ੍ਰੀਏਟਿੰਗ ਮਾਰਕੀਟਸ। ਠੀਕ ਹੈ ਜੀ, ਗੁੱਡਸ ਬਿਜ਼ਨਸ ਦਾ ਮੇਨ ਪਰਪਸ ਆਪਾਂ ਜਿਵੇਂ ਫਸਟ ਪੜ੍ਹਿਆ ਸੀਗਾ ਪ੍ਰੋਫਿਟ ਮੋਟਿਵ, ਸੈਕੰਡ ਕੀ ਹੈ ਕਿ ਗੁੱਡਸ ਅਵੇਲੇਬਲ ਕਰਾਉਣਾ। ਠੀਕ ਹੈ ਜੀ, ਜਾਂ ਗੁੱਡਸ ਦੀ ਪ੍ਰੋਡਕਸ਼ਨ ਕਰਨਾ। ਥਰਡ ਤੇ ਕੀ ਹੈ ਜੀ ਕ੍ਰੀਏਟਿੰਗ ਮਾਰਕੀਟ, ਕਿ ਮਾਰਕੀਟ ਕ੍ਰੀਏਟ ਕਰਨੀ ਕਿ ਜਿੱਥੇ ਗੁੱਡਸ ਨੂੰ ਉਹ ਸੈੱਲ ਕਰ ਸਕੇ, ਈਜ਼ੀਲੀ ਅਵੇਲੇਬਲ ਹੋ ਸਕਣ ਕਸਟਮਰ ਨੂੰ ਐਟ ਰੀਜ਼ਨੇਬਲ ਪ੍ਰਾਈਸ। ਠੀਕ ਹੈ ਜੀ, ਕਿਉਂਕਿ ਉਹ ਜੋ ਵੀ ਗੁੱਡਸ ਨੇ ਨਾਲ ਦੀ ਨਾਲ ਇੱਕ
ਬਿਜ਼ਨਸ ਕੀ ਕਰਦਾ ਹੈ ਕਿ ਪੁਰਾਣੇ ਕਸਟਮਰ ਨੂੰ ਹੋਲਡ ਕਰਦਾ ਹੈ ਤੇ ਨਵਿਆਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ ਮਾਰਕੀਟਿੰਗ ਟੂਲ ਜਾਂ ਐਡਵਰਟਾਈਜ਼ਮੈਂਟ ਜਾਂ ਸੇਲਜ਼ਮੈਨਸ਼ਿਪ ਟੂਲਸ ਨੂੰ ਯੂਜ਼ ਕਰਦੇ ਹੋਏ। ਠੀਕ ਹੈ ਜੀ, ਇਸ ਕਰਕੇ ਬਿਜ਼ਨਸ ਦਾ ਕੀ ਵਾ ਕਿ ਪੁਰਾਣੇ ਕਸਟਮਰ ਨੂੰ ਹੋਲਡ ਕਰਨਾ, ਨਿਊ ਨੂੰ ਅਟਰੈਕਟ ਕਰਨਾ, ਮਾਰਕੀਟਿੰਗ ਟੈਕਨੀਕਸ ਨੂੰ ਯੂਜ਼ ਕਰਦੇ ਹੋਏ। ਜਿਵੇਂ ਕਿ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਆਪਣਾ ਰਿਲਾਇੰਸ ਜੀਓ ਹੀ ਹੈ, ਠੀਕ ਹੈ ਜੀ, ਉਹਨਾਂ ਨੇ ਸਭ ਤੋਂ ਪਹਿਲੇ ਆਪਣੀ ਐਡਵਰਟਾਈਜ਼ਮੈਂਟ ਕੀਤੀ, ਉਸ ਦੇ ਨਾਲ ਉਹਨਾਂ ਨੇ ਫਿਰ ਰੀਜ਼ਨੇਬਲ ਪੈਕੇਜ ਅਵੇਲੇਬਲ ਕਰਾਏ ਮਾਰਕੀਟ ਦੇ ਵਿੱਚ ਤਾਂ ਕਿ ਉਹ ਕਸਟਮਰ ਬੇਸ ਨੂੰ ਇਨਕਰੀਜ਼ ਕਰ ਸਕਣ। ਠੀਕ ਹੈ ਜੀ, ਇਸ ਤਰ੍ਹਾਂ ਬਿਜ਼ਨਸ ਦਾ ਮੇਨ ਪਰਪਸ ਕੀ ਹੈ ਜੀ, ਆਪਣੇ ਕਸਟਮਰ ਬੇਸ ਨੂੰ ਇਨਕਰੀਜ਼ ਕਰਨਾ, ਮਾਰਕੀਟ ਨੂੰ ਇਨਕਰੀਜ਼ ਕਰਨਾ, ਮਾਰਕੀਟ ਸ਼ੇਅਰ ਨੂੰ ਵਧਾਉਣਾ। ਠੀਕ ਹੈ ਜੀ, ਨੈਕਸਟ ਕੀ ਬੇਟਾ, ਇਨੋਵੇਸ਼ਨ ਮੀਨਸ ਕਿ ਜੋ ਵੀ ਨਿਊ ਟੈਕਨੋਲੋਜੀ ਆ ਰਹੀ ਆ ਉਹਨੂੰ ਅਪ ਟੂ ਡੇਟ ਕਰਨਾ। ਜਿਵੇਂ ਕਿ ਹੁਣ ਫੋਨ ਕਨੈਕਸ਼ਨ ਦੇ ਮਾਮਲੇ 'ਚ ਦੇਖ ਲਓ, ਜਾਂ ਜਿਵੇਂ ਕਿ ਸਭ ਤੋਂ ਪਹਿਲੇ ਆਪਣੇ ਕੋਲ 2G ਸੀਗਾ, ਠੀਕ ਹੈ ਜੀ, ਫਿਰ ਅਪਗ੍ਰੇਡ ਕਰਕੇ ਉਹਨਾਂ ਨੇ 3G ਕੀਤਾ, ਠੀਕ ਹੈ ਜੀ, ਫਿਰ ਨੈਕਸਟ ਆਪਣੇ ਕੋਲ 4G ਆ ਗਿਆ, ਹੁਣ ਬੇਟਾ 5G ਦੀ ਤਿਆਰੀ ਚੱਲ ਰਹੀ ਹੈ। ਠੀਕ ਹੈ, ਇਸ ਤਰ੍ਹਾਂ ਬਿਜ਼ਨਸ ਦਾ ਮੇਨ ਪਰਪਸ ਕੀ ਹੁੰਦਾ ਕਿ ਆਪਣਾ ਜੋ ਪ੍ਰੋਡਕਟ ਹੈ ਉਹਨੂੰ ਅਪ ਟੂ ਡੇਟ ਕਰਦੇ ਰਹਿਣਾ ਤਾਂ ਕਿ ਕਸਟਮਰ ਨੂੰ ਸੈਟੀਸਫਾਈ ਕੀਤਾ ਜਾ ਸਕੇ। ਹਾਂਜੀ ਬੇਟਾ, ਨੈਕਸਟ ਆਪਣੇ ਕੋਲ ਹੈ ਸੋਸ਼ਲ ਆਬਜੈਕਟਿਵ। ਠੀਕ ਹੈ ਜੀ, ਫਸਟ ਆਪਾਂ ਕੰਪਲੀਟ ਕਰ ਚੁੱਕੇ ਪੁਆਇੰਟ, ਉਹਦੇ ਸਾਰੇ ਪੁਆਇੰਟ ਆਪਾਂ ਡਿਸਕਸ ਕਰ ਚੁੱਕੇ ਹਾਂ। ਸੈਕਿੰਡ ਦੇ ਆਪਣੇ ਕੋਲ ਆ ਰਿਹਾ ਸੋਸ਼ਲ ਆਬਜੈਕਟਿਵ, ਕਿਉਂਕਿ ਬਿਜ਼ਨਸ ਆ ਇੱਕ ਸਮਾਜ ਦਾ ਅੰਗ ਹੈ, ਉਹ ਸਮਾਜ ਦੇ ਵਿੱਚ ਰਹਿ ਕੇ ਹੀ ਸਰਵਾਈਵ ਕਰਦਾ, ਇਸ ਲਈ ਉਹਦੀਆਂ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਤਾਂ ਕਿ ਉਹ ਸਮਾਜ ਦੇ ਵਿੱਚ ਹੀ ਸਰਵਾਈਵ ਕਰ ਸਕਦਾ ਹੈ। ਸਮਾਜ ਤੋਂ ਬਿਨਾਂ ਬਿਜ਼ਨਸ ਦੀ ਕੋਈ ਵੀ ਹੋਂਦ ਨਹੀਂ ਗੀ ਹੈਗੀ। ਠੀਕ ਹੈ ਜੀ, ਇਸ ਕਰਕੇ ਉਹਦਾ ਪ੍ਰੋਫਿਟ ਅਰਨ ਕਰਨ ਦੇ ਨਾਲ ਨਾਲ ਇੱਕ ਸੋਸ਼ਲ ਵੈਲਫੇਅਰ ਵੀ ਇੱਕ ਉਹਦਾ ਆਬਜੈਕਟਿਵ ਬਣ ਜਾਂਦਾ ਹੈ। ਠੀਕ ਹੈ ਜੀ, ਹੁਣ ਦੇਖਦੇ ਹਾਂ ਕਿ ਆਪਾਂ ਸਭ ਤੋਂ ਪਹਿਲੇ ਕਿ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਪਰਫਾਰਮ ਕਰਦਾ ਜਾਂ ਕਿਵੇਂ ਨਿਭਾਉਂਦਾ ਹੈ। ਸਭ ਤੋਂ ਪਹਿਲੇ ਬੇਟਾ ਅਵੇਲੇਬਿਲਿਟੀ ਆਫ ਗੁੱਡਸ, ਕਿ ਬਿਜ਼ਨਸ ਕੀ ਹੈ ਕਿ ਮਾਰਕੀਟ ਦੇ ਵਿੱਚ ਗੁੱਡਸ ਅਵੇਲੇਬਲ ਕਰਾਉਂਦਾ ਹੈ ਤਾਂ ਕਿ ਕਸਟਮਰ ਦੀਆਂ ਲੋੜਾਂ ਨੂੰ ਜਾਂ ਜ਼ਰੂਰਤਾਂ ਨੂੰ ਸੈਟੀਸਫਾਈ ਕੀਤਾ ਜਾ ਸਕੇ। ਠੀਕ ਹੈ ਜੀ, ਦ ਬਿਜ਼ਨਸ ਸ਼ੁੱਡ ਮੇਕ ਦ ਨੈਸੈਸਰੀ ਗੁੱਡਸ ਐਂਡ ਸਰਵਿਸਿਜ਼ ਅਵੇਲੇਬਲ ਟੂ ਦ ਕੰਜ਼ਿਊਮਰ ਟੂ ਸੈਟੀਸਫਾਈ ਦੇਅਰ ਡਿਫਰੈਂਟ ਨੀਡਸ ਐਂਡ ਵਾਂਟਸ ਐਟ ਅਪਰੋਪਰੀਏਟ ਟਾਈਮ, ਕਿ ਜਿਹੜੀਆਂ ਉਹਨਾਂ ਨੂੰ ਪ੍ਰੋਪਰ ਟਾਈਮ 'ਤੇ ਗੁੱਡਸ ਉਹਨਾਂ ਦੀਆਂ ਲੋੜਾਂ ਦੇ ਅਕੋਰਡਿੰਗ ਜਾਂ ਜ਼ਰੂਰਤ ਦੇ ਅਕੋਰਡਿੰਗ ਉਹਨਾਂ ਨੂੰ ਸਹੂਲਤ ਪ੍ਰੋਵਾਈਡ ਕਰਵਾਈਆਂ ਜਾਣ। ਦਿਸ ਆਬਜੈਕਟਿਵ ਇਜ਼ ਸੋ ਇੰਪੋਰਟੈਂਟ ਦੈਟ ਦ ਗੌਰਮੈਂਟ ਇਜ਼ ਆਲਸੋ ਕੋਆਰਡੀਨੇਟਿੰਗ ਵਿਦ ਦ ਬਿਜ਼ਨਸ ਫॉर ਪ੍ਰੋਵਾਈਡਿੰਗ ਦ ਬਿਜ਼ਨਸ ਗੁੱਡਸ। ਠੀਕ ਹੈ ਜੀ, ਕਿਉਂਕਿ ਬਿਜ਼ਨਸ ਵੀ ਉਹਨਾਂ ਨੂੰ ਹੈਲਪ ਕਰਦੀ ਹੈ ਕਿ ਉਹ ਜਿਹੜੀਆਂ ਗੁੱਡਸ ਨੂੰ ਉਹ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਵੇਲੇਬਲ ਕਰਾਉਣ। ਹਾਂਜੀ, ਨੈਕਸਟ ਬੇੜਾ ਪੁਆਇੰਟ ਆਪਣੇ ਕੋਲ ਸਪਲਾਈ ਆਫ ਗੁੱਡਸ ਐਟ ਜੈਨੂਅਨ ਪ੍ਰਾਈਸ। ਬਿਜ਼ਨਸ ਦੀ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਗੁੱਡਸ ਪ੍ਰੋਡਿਊਸ ਕਰ ਰਿਹਾ ਹੈ ਉਹਨਾਂ ਨੂੰ ਸਹੀ ਰੇਟ ਦੇ ਉੱਪਰ ਮਾਰਕੀਟ ਦੇ ਵਿੱਚ ਅਵੇਲੇਬਲ ਕਰਾਇਆ ਜਾਵੇ, ਜ਼ਿਆਦਾ ਪ੍ਰਾਈਸ ਚਾਰਜ ਨਾ ਕੀਤੀ ਜਾਵੇ। ਠੀਕ ਹੈ ਜੀ, ਜਿਵੇਂ ਕਿ ਫੋਰ ਐਗਜ਼ਾਮਪਲ ਕਰੰਟ ਇਸ਼ੂ ਚੱਲ ਰਿਹਾ ਹੈ ਮੈਡੀਸਿਨਸ ਦਾ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਮੈਡੀਸਿਨਸ ਦੇ ਉੱਪਰ ਬਹੁਤ ਜ਼ਿਆਦਾ ਓਵਰ ਪ੍ਰਾਈਸਿੰਗ ਹੁੰਦੀ ਹੈ। ਜਿਵੇਂ ਕਿ ਮੈਡੀਸਨ ਦੀ ਪ੍ਰਾਈਸ 5 ਰੁਪੀਜ਼ ਆ, ਉਹਦੇ ਉੱਪਰ 50 ਰੁਪੀਜ਼ ਵੀ ਲਿਖਿਆ, ਕਈਆਂ ਦੇ ਉੱਪਰ 100 ਵੀ ਲਿਖਿਆ ਹੁੰਦਾ, ਕਿ ਉਹ ਬਿਲਕੁਲ ਅਨਐਥੀਕਲ ਹੈ। ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹਨਾਂ ਨੂੰ ਇੱਕ ਪ੍ਰੋਪਰ ਸਹੀ ਰੇਟ ਦੇ ਉੱਪਰ ਮਾਰਕੀਟ ਦੇ ਵਿੱਚ ਅਵੇਲੇਬਲ ਕਰਾਇਆ ਜਾ ਸਕੇ, ਓਵਰ ਪ੍ਰਾਈਸ ਚਾਰਜ ਨਾ ਕੀਤੀ ਜਾਵੇ। ਠੀਕ ਹੈ ਜੀ, ਨੈਕਸਟ ਬੇਟਾ ਕ੍ਰੀਏਟਿੰਗ ਇੰਪਲੋਇਮੈਂਟ। ਬਿਜ਼ਨਸ ਕੀ ਹੈ ਕਿ ਪ੍ਰੋਡਕਸ਼ਨ ਕਰਦਾ ਹੈ। ਠੀਕ ਹੈ ਜੀ, ਪ੍ਰੋਡਕਸ਼ਨ ਕਰਨ ਦੇ ਲਈ ਉਹਨਾਂ ਨੂੰ ਕਿਹਦੀ ਲੋੜ ਹੁੰਦੀ ਹੈ, ਲੇਬਰ ਦੀ। ਇਸ ਕਰਕੇ ਬਿਜ਼ਨਸ ਦਾ ਮੇਨ ਪਰਪਸ ਕੀ ਹੈ, ਓਬਜੈਕਟਿਵ ਕੀ ਹੈ ਕਿ ਲੇਬਰ ਜਾਂ ਇੰਪਲੋਇਮੈਂਟ ਜਨਰੇਟ ਕਰਨਾ, ਜਿਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਠੀਕ ਹੈ ਜੀ, ਨੈਕਸਟ ਬੇਟਾ ਕੋਆਪਰੇਸ਼ਨ ਵਿਦ ਦ ਗੌਰਮੈਂਟ, ਕਿ ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੇ ਉਹ ਗੌਰਮੈਂਟ ਨਾਲ ਕੋਆਪਰੇਸ਼ਨ ਕਰਕੇ ਚੱਲਦੀਆਂ ਨੇ ਤਾਂ ਕਿ ਜੋ ਬਿਜ਼ਨਸ ਵਾ ਉਹਨੂੰ ਇਸ ਤਰੀਕੇ ਨਾਲ ਰਨ ਕੀਤਾ ਜਾ ਸਕੇ ਤਾਂ ਕਿ ਕੰਟਰੀ ਦੀ ਗਰੋਥ, ਓਵਰਆਲ ਗਰੋਥ ਕੀਤੀ ਜਾ ਸਕੇ। ਹਾਂਜੀ, ਤੇ ਬਿਜ਼ਨਸ ਦੀ ਨਾਲ ਇਹ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਗੌਰਮੈਂਟ ਦੇ ਦੁਆਰਾ ਲਾਅ ਵਗੈਰਾ ਬਣਾਏ ਗਏ ਨੇ ਉਹਨਾਂ ਨੂੰ ਪ੍ਰੋਪਰਲੀ ਐਜ਼ ਇਟ ਇਜ਼ ਫੋਲੋ ਕੀਤਾ ਜਾ ਸਕੇ, ਕੀਤਾ ਜਾਵੇ, ਉਹਨਾਂ ਦਾ ਮਿਸਯੂਜ਼ ਨਾ ਕਰਨ, ਕਿ ਉਹਨਾਂ ਦੇ ਵਿੱਚ ਜੋ ਲੂਪ ਹੋਲਸ ਨੇ ਉਹਨਾਂ ਦਾ ਫਾਇਦਾ ਨਾ ਉਠਾਉਣ। ਜਿਵੇਂ ਕਿ ਟੈਕਸੇਸ਼ਨ ਦੇ ਵਿੱਚ ਆ ਕਿ ਟੈਕਸ ਦੀ ਚੋਰੀ ਨਾ ਕੀਤਾ ਜਾਵੇ, ਗੌਰਮੈਂਟ ਨੂੰ ਪ੍ਰੋਪਰ ਜਿੰਨਾ ਟੈਕਸ ਬਣਦਾ ਹੈ ਉਨਾ ਹੀ ਪੇ ਕੀਤਾ ਜਾਵੇ। ਠੀਕ ਹੈ ਜੀ, ਨੈਕਸਟ ਬੇਟਾ ਕੀ ਹੈ ਪ੍ਰੋਪਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹਰ ਇੱਕ ਕੋਲ ਰਿਸੋਰਸਿਸ ਲਿਮਟਿਡ ਨੇ, ਸੇਮ ਵੇ ਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਵੀ ਰਿਸੋਰਸਿਸ ਲਿਮਟਿਡ ਨੇ। ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਰਿਸੋਰਸਿਸ ਸਕੇਅਰ ਨੇ, ਮੀਨਸ ਕਿ ਸਕੇਅਰ ਮੀਨਸ ਜੋ ਰਿਸੋਰਸਿਸ ਘੱਟ ਹੁੰਦੇ ਨੇ ਆਪਣੇ ਕੋਲ, ਉਹਨਾਂ ਦੀ ਪ੍ਰੋਪਰ ਇਸ ਤਰੀਕੇ ਨਾਲ ਵਰਤੋਂ ਕੀਤੀ ਜਾ ਸਕੇ ਤਾਂ ਕਿ ਉਹਨਾਂ ਤੋਂ ਮੈਕਸਿਮਮ ਪ੍ਰੋਡਕਸ਼ਨ ਲਈ ਜਾ ਸਕੇ।
ਹਾਂਜੀ ਬੇਟਾ, ਨੈਕਸਟ ਪੁਆਇੰਟ ਥਰਡ ਕਰਦੇ ਹਾਂ ਆਪਾਂ ਹਿਊਮਨ ਆਬਜੈਕਟਿਵ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਬਿਜ਼ਨਸ ਜਿਹੜਾ ਡਿਪੈਂਡ ਕਰਦਾ ਹੈ ਹਿਊਮਨਸ ਦੇ ਉੱਪਰ। ਬਿਜ਼ਨਸ ਦੇ ਵਿੱਚ ਜਿਵੇਂ ਕਿ ਅਲੱਗ-ਅਲੱਗ ਹਿਊਮਨ ਬੀਇੰਗਸ, ਫੋਰ ਐਗਜ਼ਾਮਪਲ ਵਰਕਰਸ, ਠੀਕ ਹੈ ਜੀ, ਇਸ ਤੋਂ ਇਲਾਵਾ ਡੀਲਰਸ, ਨੈਕਸਟ ਇਸ ਤੋਂ ਇਲਾਵਾ ਸਪਲਾਇਰਸ, ਇਹ ਸਾਰੇ ਪਰਸਨਸ ਆਫ ਜਾਂ ਗਰੁੱਪ ਆਫ ਪਰਸਨਸ ਇਨਵੋਲਵ ਹੁੰਦੇ ਨੇ ਬਿਜ਼ਨਸ ਨੂੰ ਰਨ ਕਰਨ ਦੇ ਵਿੱਚ। ਠੀਕ ਹੈ ਜੀ, ਇਸ ਕਰਕੇ ਇਹਨਾਂ ਤੋਂ ਬਿਨਾਂ ਬਿਜ਼ਨਸ ਸਰਵਾਈਵ ਨਹੀਂ ਕਰ ਸਕਦਾ। ਠੀਕ ਹੈ ਜੀ, ਇਸ ਲਈ ਜ਼ਰੂਰੀ ਹੁੰਦਾ ਵਾ ਕਿ ਇਹਨਾਂ ਨੂੰ ਸੈਟੀਸਫਾਈ ਕੀਤਾ ਜਾਵੇ ਬਿਜ਼ਨਸ ਦੇ ਦੁਆਰਾ। ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਜੀ ਵੈਲਫੇਅਰ ਆਫ ਵਰਕਰਸ, ਕਿ ਬਿਜ਼ਨਸ ਨੂੰ ਚਾਹੀਦਾ ਹੈ ਕਿ ਜੋ ਵਰਕਰਸ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਕਸੀਮਮ ਜੋ ਉਹਨਾਂ ਦੀ ਰੈਮੂਨੇਸ਼ਨ ਬਣਦੀ ਆ ਉਹਨਾਂ ਦੇ ਵਰਕ ਦੇ ਅਕੋਰਡਿੰਗ ਪੇ ਕੀਤੀ ਜਾਵੇ। ਠੀਕ ਹੈ ਜੀ, ਕਿਉਂਕਿ ਇਹਨਾਂ ਤੋਂ ਬਿਨਾਂ ਬਿਜ਼ਨਸ ਰਨ ਨਹੀਂ ਕਰ ਸਕਦੇ ਆਪਾਂ। ਇਸ ਕਰਕੇ ਬਿਜ਼ਨਸ ਦੀ ਗਰੋਥ ਦੇ ਵਿੱਚ ਵਰਕਰਸ ਦਾ ਬਹੁਤ ਵੱਡਾ ਤੇ ਸਭ ਤੋਂ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਠੀਕ ਹੈ ਜੀ, ਤਾਂ ਵਰਕਰਸ ਆਰ ਦਾ ਇਨਸੈਪਰੇਬਲ ਪਾਰਟ ਆਫ ਦਾ ਬਿਜ਼ਨਸ, ਦੇ ਆਰ ਨੋਟ ਜਸਟ EMPLOYEE ਆਫ ਦਾ ਬਿਜ਼ਨਸ but they put in their efforts to formation of capital. Therefore the business should pay attention toward the welfare of the worker, ਕਿ ਉਹ ਆਪਣੇ ਐਫਰਟਸ ਲਗਾਉਂਦੇ ਨੇ ਬਿਜ਼ਨਸ ਦੀ ਗਰੋਥ ਦੇ ਲਈ। ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਐਫਰਟਸ ਦੇ ਬਦਲੇ ਦੇ ਵਿੱਚ ਰਿਵਾਰਡ ਕੀਤਾ ਜਾਵੇ। ਠੀਕ ਹੈ ਜੀ, ਉਹਨਾਂ ਨੂੰ ਪ੍ਰੋਪਰ ਹੈਲਥ ਫੈਸਿਲਿਟੀਜ਼ ਦਿੱਤੀਆਂ ਜਾਣ, ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਵਰਕ ਦੇ ਅਕੋਰਡਿੰਗ ਉਹਨਾਂ ਨੂੰ ਬੋਨਸ ਦਿੱਤਾ ਜਾਵੇ। ਠੀਕ ਹੈ ਜੀ, ਇਹ ਸਾਰੀਆਂ ਬਿਜ਼ਨਸ ਦੀਆਂ ਰਿਸਪੌਂਸਿਬਿਲਿਟੀਜ਼ ਬਣਦੀਆਂ ਨੇ। ਠੀਕ ਹੈ ਜੀ, ਨੈਕਸਟ ਬੇਟਾ ਪੁਆਇੰਟ ਕਰਦੇ ਆਪਾਂ ਥਰਡ, ਕੰਜ਼ਿਊਮਰ ਸੈਟਿਸਫੈਕਸ਼ਨ। ਕੰਜ਼ਿਊਮਰ ਤੁਹਾਨੂੰ ਪਤਾ ਹੈ ਕਿ ਮਾਰਕੀਟ ਦਾ ਕਿੰਗ ਹੁੰਦਾ ਹੈ। ਕੰਜ਼ਿਊਮਰ ਤੋਂ ਬਿਨਾਂ ਬਿਜ਼ਨਸ ਸਰਵਾਈਵ ਨਹੀਂ ਕਰ ਸਕਦਾ। ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕੰਜ਼ਿਊਮਰਸ ਨੂੰ ਰੀਜ਼ਨੇਬਲ ਗੁੱਡ ਪ੍ਰਾਈਸ ਦੇ ਉੱਪਰ ਗੁੱਡਸ ਪ੍ਰੋਵਾਈਡ ਕੀਤੀਆਂ ਜਾ ਕਰਨ ਅਤੇ ਵਧੀਆ ਕੁਆਲਿਟੀ ਦੀਆਂ ਗੁੱਡਸ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਪ੍ਰੋਵਾਈਡ ਕਰਵਾਉਣਾ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ। ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਕੰਜ਼ਿਊਮਰ ਰਾਈਟਸ ਦੇ ਲਈ ਅਵੇਅਰ ਨੇ। ਠੀਕ ਹੈ ਜੀ, ਇਸ ਕਰਕੇ ਉਹਨਾਂ ਦੇ ਪ੍ਰੋਟੈਸਟ ਨੂੰ ਅਵੋਇਡ ਕਰਨ ਦੇ ਲਈ ਬਿਜ਼ਨਸ ਨੂੰ ਅਨਐਥੀਕਲ ਥਿੰਗਸ ਨੂੰ ਪਰਫੋਰਮ ਨਹੀਂ ਕਰਨਾ ਚਾਹੀਦਾ ਤਾਂ ਕਿ ਬਿਜ਼ਨਸ ਲੌਂਗ ਰਨ ਦੇ ਵਿੱਚ ਸਰਵਾਈਵ ਕਰ ਸਕੇ। ਠੀਕ ਹੈ ਜੀ, ਥਰਡ ਪੁਆਇੰਟ ਬੇਟਾ ਦੇਖੋ, ਸੈਟਿਸਫੈਕਸ਼ਨ ਆਫ ਸ਼ੇਅਰ ਹੋਲਡਰ। ਸ਼ੇਅਰ ਹੋਲਡਰ ਬੇਟਾ ਕੌਣ ਹੁੰਦੇ ਨੇ? ਜੋ ਪਰਸਨ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰਦੇ ਨੇ ਉਹਨਾਂ ਨੂੰ ਆਪਾਂ ਸ਼ੇਅਰ ਹੋਲਡਰ ਬੋਲ। ਠੀਕ ਹੈ ਜੀ, ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਪਰਸਨਸ ਨੇ ਪੈਸਾ ਇਨਵੈਸਟ ਕੀਤਾ ਗਿਆ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਉਹਨਾਂ ਦਾ ਪੈਸਾ ਕਿਸ ਬਿਜ਼ਨਸ ਦੇ ਵਿੱਚ ਜਾਂ ਕਿਸ ਡਿਵੈਲਪਿੰਗ ਵਰਕ ਦੇ ਵਿੱਚ ਜਾਂ ਕਿਸ ਕਾਰਜ ਦੇ ਵਿੱਚ ਉਹ ਇਨਵੈਸਟ ਕੀਤਾ ਜਾ ਰਿਹਾ ਵਾ। ਉਹ ਦੀ ਪ੍ਰੋਪਰ ਇਨਫੋਰਮੇਸ਼ਨ ਆਪਣੇ ਸ਼ੇਅਰ ਹੋਲਡਰਸ ਨੂੰ ਹੋਣੀ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ, ਕਿਉਂਕਿ ਰਿਸੋਰਸਿਸ ਸਕੇਅਰ ਨੇ। ਠੀਕ ਹੈ ਜੀ, ਇਸ ਕਰਕੇ ਬਿਜ਼ਨਸ ਮੈਨੇਜਮੈਂਟ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਨਾ ਕਿ ਉਹ ਜੋ ਰਿਸੋਰਸਿਸ ਨੇ ਉਹਨਾਂ ਨੂੰ ਪ੍ਰੋਪਰਲੀ ਯੂਜ਼ ਕੀਤਾ ਜਾ ਸਕੇ। ਠੀਕ ਹੈ ਜੀ, ਕਿਉਂਕਿ ਤੁਹਾਨੂੰ ਪਤਾ ਹੈ ਬੇਟਾ ਕਿ ਜੋ ਬਿਜ਼ਨਸ ਦੀ ਮੈਨੇਜਮੈਂਟ ਹੈ ਜਾਂ ਕੰਪਨੀ ਦੀ ਮੈਨੇਜਮੈਂਟ ਉਹ ਅਲੱਗ ਹੁੰਦੀ ਹੈ ਤੇ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਹੁੰਦਾ ਉਹ ਅਲੱਗ ਹੁੰਦੇ। ਠੀਕ ਹੈ ਜੀ, ਇਹ ਆਪਾਂ ਸ਼ੇਅਰ ਹੋਲਡਰ ਵਾਲੇ ਚੈਪਟਰ ਦੇ ਵਿੱਚ ਇਨ ਡਿਟੇਲ ਡਿਸਕਸ ਕਰਾਂਗੇ। ਆਪਾਂ ਬਿਜ਼ਨਸ ਦਾ ਤੁਹਾਡੇ ਕੋਲ ਇੱਕ ਨੈਕਸਟ ਚੈਪਟਰ ਆਏਗਾ ਸ਼ੇਅਰ ਕੈਪੀਟਲ। ਠੀਕ ਹੈ ਜੀ, ਉਹਦੇ ਵਿੱਚ ਪ੍ਰੋਪਰਲੀ ਸ਼ੇਅਰ ਹੋਲਡਰ, ਸ਼ੇਅਰ ਕੈਪੀਟਲ, ਇਹ ਸਾਰੀਆਂ ਟਰਮਸ ਤੁਹਾਨੂੰ ਕਲੀਅਰ ਹੋਣਗੀਆਂ। ਹਾਂਜੀ, ਨੈਕਸਟ ਬੇਟਾ ਫੇਅਰ ਟੂ ਡੀਲਰਸ ਐਂਡ ਸਪਲਾਇਰਸ। ਡੀਲਰਸ ਉਹ ਵਾਲੇ ਪਰਸਨ ਜੋ ਕੰਪਨੀ ਨੂੰ ਰॉ ਮਟੀਰੀਅਲ ਸਪਲਾਈ ਕਰਦੇ ਨੇ ਜਾਂ ਕੰਪਨੀ ਦਾ ਜੋ ਪ੍ਰੋਡਕਟ ਤਿਆਰ ਕੀਤਾ ਵਾ ਉਹਨੂੰ ਅੱਗੇ ਸਪਲਾਈ ਕਰਨ ਦੇ ਵਿੱਚ ਹੈਲਪ ਕਰਦੇ ਨੇ। ਠੀਕ ਹੈ ਜੀ, ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਹੈ ਜਾਂ ਆਬਜੈਕਟਿਵ ਹੁੰਦਾ ਹੈ ਕਿ ਉਹਨਾਂ ਨੂੰ ਫੇਅਰ ਕਮਿਸ਼ਨ ਦਿੱਤੀ ਜਾਵੇ ਕਿਉਂਕਿ ਇਹ ਵਾਲੇ ਪਰਸਨ ਨੇ ਜੋ ਬਿਜ਼ਨਸ ਦੀ ਗਰੋਥ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਟੂ ਅਨਡੂ ਦਾ ਐਡਵਰਸ ਇਫੈਕਟ। ਹਾਂਜੀ, ਬਿਜ਼ਨਸ ਕੀ ਹੈ? ਮਾਰਕੀਟ ਦੇ The unplanned development of industry has lead to pollution of air and water। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਫੈਕਟਰੀਜ਼ ਨੇ ਜਿਨ੍ਹਾਂ ਕਰਕੇ 에ਅਰ ਪੋਲਿਊਸ਼ਨ ਤੇ ਵਾਟਰ ਪੋਲਿਊਸ਼ਨ ਹੁੰਦਾ ਹੈ। ਇਸ ਕਰਕੇ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਜੋ ਹਿਊਮਨ ਨੂੰ ਸੀਰੀਅਸ ਹੈਲਥ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਹਦੇ ਵਿੱਚ ਗੌਰਮੈਂਟ ਆਪਣੇ ਬਹੁਤ ਜ਼ਿਆਦਾ ਐਫਰਟਸ ਲਗਾ ਰਹੀ ਹੈ ਬਟ ਉਹ ਇਕੱਲੇ ਕੁਛ ਨਹੀਂ ਕਰ ਸਕਦੀ। ਇਸ ਕਰਕੇ ਜਿਹੜੀਆਂ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਇਸ ਨੂੰ ਘੱਟ ਕੀਤਾ ਜਾ ਸਕੇ, ਪੋਲਿਊਸ਼ਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਾ। ਦਸ ਇਟ ਇਜ਼ ਦ ਡਿਊਟੀ ਆਫ ਦਾ ਬਿਜ਼ਨਸ ਟੂ ਕਲਾਈਮੇਟ ਦਾ ਐਡਵਰਸ ਇਫੈਕਟ ਆਫ ਵਿਚ ਆਰ ਦਾ ਬਾਈ ਪ੍ਰੋਡਕਟ ਆਫ ਇਟਸ ਡਿਵੈਲਪਮੈਂਟ। ਠੀਕ ਹੈ ਜੀ, ਜਿਹੜਾ ਉਹਨਾਂ ਦੇ ਪ੍ਰੋਡਕਟ ਕਰਕੇ ਜੋ ਪੋਲਿਊਸ਼ਨ ਹੋ ਰਿਹਾ ਹੈ ਉਹਨਾਂ ਨੂੰ ਘੱਟ ਕੀਤਾ ਜਾਵੇ ਜਾਂ ਅਵੋਇਡ ਕੀਤਾ ਜਾਵੇ।
ਹਾਂਜੀ ਨੈਕਸਟ ਬੇਟਾ ਫੋਰਥ ਪੁਆਇੰਟ ਆਪਣੇ ਕੋਲ ਆਬਜੈਕਟਿਵ ਆਫ ਨੈਸ਼ਨਲ ਆਬਜੈਕਟਿਵ, ਠੀਕ ਹੈ ਜੀ, ਕਿ ਜੋ ਆਪਣੇ ਦੇਸ਼ ਦੇ ਪ੍ਰਤੀ ਬਿਜ਼ਨਸ ਦੀਆਂ ਕਿਹੜੀਆਂ ਕਿਹੜੀਆਂ ਰਿਸਪੌਂਸਿਬਿਲਿਟੀ ਨੇ, ਕਿਉਂਕਿ ਆਪਾਂ ਆਪਣੇ ਦੇਸ਼ ਦੇ ਸੱਚੇ ਸੁੱਚੇ ਨਾਗਰਿਕ ਹੋਣ ਦੇ ਨਾਤੇ ਆਪਣੀਆਂ ਕੁਛ ਆਪਣੇ ਦੇਸ਼ ਦੇ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ, ਜਿਨ੍ਹਾਂ ਨੂੰ ਫੁੱਲਫਿਲ ਕਰਨ ਦੇ ਵਿੱਚ ਬਿਜ਼ਨਸ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ, ਠੀਕ ਹੈ ਜੀ। ਇਸ ਕਰਕੇ ਬਿਜ਼ਨਸ ਦੀਆਂ ਕਿਹੜੀਆਂ ਕਿਹੜੀਆਂ ਰਿਸਪੌਂਸਿਬਿਲਿਟੀਜ਼ ਨੇ, ਐਵਰੀ ਬਿਜ਼ਨਸਮੈਨ every business concern should take a necessary step to increase the export of the country, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਮੇਨ ਇਸ ਟਾਈਮ ਤੇ ਮੇਕ ਇਨ ਇੰਡੀਆ ਦਾ ਚੱਲ ਰਿਹਾ, ਠੀਕ ਹੈ ਜੀ। ਇਸ ਕਰਕੇ ਹਰ ਇੱਕ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਉਸਦੇ ਵਿੱਚ ਯੋਗਦਾਨ ਪਾਵੇ, ਕਿ ਜਿੰਨਾ ਮੈਕਸਿਮਮ ਹੋ ਸਕੇ ਐਕਸਪੋਰਟ ਦੇ ਵਿੱਚ ਹੈਲਪ ਕਰੇ। ਐਕਸਪੋਰਟ ਕੀ ਮੀਨ ਕਿ ਆਪਣੇ ਇੰਡੀਆ ਦੇ ਵਿੱਚ ਪ੍ਰੋਡਕਟ ਤਿਆਰ ਕਰਨਾ ਤੇ ਉਹਨੂੰ ਫੋਰਨ ਦੇ ਵਿੱਚ ਸੈੱਲ ਕਰਨਾ, ਜਿਹਦੇ ਨਾਲ ਕਿ ਇੰਡੀਆ ਦੀ ਫਾਈਨੈਂਸ਼ੀਅਲ ਪੋਜੀਸ਼ਨ ਸਟਰੋਂਗ ਹੋਏਗੀ, ਇੰਡੀਆ ਦੇ ਵਿੱਚ ਫੋਰਨ ਤੋਂ ਮਨੀ ਆਏਗੀ, ਜਿਹਦੇ ਨਾਲ ਇੰਡੀਆ ਦਾ ਰੁਪੀਜ਼ ਸਟਰੋਂਗ ਹੋਏਗਾ, ਠੀਕ ਹੈ ਜੀ। ਨੈਕਸਟ ਬੇਟਾ ਇਟ ਸ਼ੁੱਡ ਏਮ ਐਟ ਬੈਲੈਂਸਡ ਰੀਜਨਲ ਡਿਵੈਲਪਮੈਂਟ, ਕਿ ਬੈਲੈਂਸਡ ਮੀਨਸ ਕਿ ਹਰ ਇੱਕ ਰੀਜਨ ਨੂੰ ਇਕੁਅਲੀ ਇੰਪੋਰਟੈਂਸ ਦੇਣੀ। ਇਹ ਨਹੀਂ ਕਿ ਇੱਕ ਆਪਾਂ ਇੰਡਸਟਰੀਅਲ ਹੱਬ ਬਣਾਈ ਹੋਈ ਹੈ, ਸਾਰੀਆਂ ਇੰਡਸਟਰੀਜ਼ ਉੱਥੇ ਹੀ ਆਪਾਂ ਸਥਾਪਿਤ ਕਰੀ ਜਾਣੀਆਂ ਹੈ, ਬਲਕਿ ਸਾਰੇ ਏਰੀਆਜ਼ ਦੇ ਵਿੱਚ ਇਕੁਅਲੀ ਸਾਰੇ ਏਰੀਆ ਨੂੰ ਡਿਵੈਲਪ ਕਰਨਾ। ਥਰਡ ਪੁਆਇੰਟ ਬੇਟਾ ਇਟ ਸ਼ੁੱਡ ਪ੍ਰਮੋਟ ਐਜੂਕੇਸ਼ਨ ਸਪੋਰਟ ਐਂਡ ਕਲਚਰ, ਹਰ ਇੱਕ ਬਿਜ਼ਨਸ ਦੀ ਰਿਸਪੌਂਸਿਬਿਲਿਟੀ ਹੈ ਕਿ ਕੰਟਰੀ ਦੇ ਵਿੱਚ ਐਜੂਕੇਸ਼ਨ ਦੇ ਨਾਂ 'ਤੇ ਥੋੜ੍ਹਾ ਯੋਗਦਾਨ ਪਾਇਆ ਜਾਵੇ, ਕਲਚਰ ਦੇ ਨਾਂ 'ਤੇ ਜਾਂ ਸਪੋਰਟਸ ਦੇ ਐਕਟੀਵਿਟੀਜ਼ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਇਹ ਬਿਜ਼ਨਸ ਦੀਆਂ ਰਿਸਪੌਂਸਿਬਿਲਿਟੀਜ਼ ਬਣਦੀਆਂ। ਹਾਂਜੀ ਬੇਟਾ, ਇਸ ਤਰ੍ਹਾਂ ਆਪਾਂ ਚਾਰੋਂ ਪੁਆਇੰਟ ਡਿਸਕਸ ਕਰ ਲਏ ਨੇ, ਇਹਨੂੰ ਤੁਸੀਂ ਆਪਣੀ ਬੁੱਕ ਦੇ ਵਿੱਚੋਂ ਪ੍ਰੋਪਰਲੀ ਡਿਸਕਸ ਕਰ ਲੈਣਾ ਹੈ। ਜੇ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਤੁਸੀਂ ਮੇਰੇ ਨਾਲ WhatsApp 'ਤੇ ਡਿਸਕਸ ਕਰ ਲਿਓ। ਓਕੇ, ਥੈਂਕ ਯੂ ਸੋ ਮਚ ਬੇਟਾ।